ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਮੈਂ ਅੰਮ੍ਰਿਤਪਾਲ ਸਿੰਘ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵੇਲੇ ਦੀ ਗੱਲ, ਅਤੇ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਚਰਚਾ ਕਰਨਗੇ ਸਾਡੇ ਸੀਨੀਅਰ ਸਾਥੀ ਦਵਿੰਦਰਪਾਲ ਜੀ। ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਜ਼ਮੀਨਾਂ ਅਕਵਾਇਰ ਕਰਨ ਨਾਲ ਸੰਬੰਧਿਤ ਆ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਪੰਜਾਬ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਇਹ ਯੋਜਨਾ ਬਣਾਈ ਹੈ ਕਿ ਮੱਤੇਵਾੜਾ ਅਤੇ ਰਾਜਪੁਰਾ ਵਿੱਚ ਸਨਅਤੀ ਪਾਰਕ ਬਣਾਏ ਜਾਣ। ਇਹਨਾਂ ਦੋਵਾਂ ਪਾਰਕਾਂ ਵਾਸਤੇ ਹਜ਼ਾਰ ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਚਾਹੀਦੀ। ਮੈਂ ਦਵਿੰਦਰਪਾਲ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ, ਤੁਸੀਂ ਇਸ ਫੈਸਲੇ ਨੂੰ ਕਿਸ ਦਿਸ਼ਾ 'ਚ ਦੇਖਦੇ ਹੋ? ਅੰਮ੍ਰਿਤ ਜੀ, ਸਭ ਤੋਂ ਦੁਖਦਾਈ ਪਹਿਲੂ ਇਹ ਹੈ ਵੀ ਹਰੇਕ ਸਰਕਾਰ ਦੀ ਪੰਚਾਇਤੀ ਜ਼ਮੀਨਾਂ 'ਤੇ ਅੱਖ ਰਹਿੰਦੀ ਹੈ ਵੀ ਇਹਨੂੰ ਕਿਵੇਂ ਨਾ ਕਿਵੇਂ ਕਿਸ ਤਰੀਕੇ ਨਾਲ ਹਥਿਆਇਆ ਜਾ ਸਕੇ, ਜਾਇਜ਼ ਨਜਾਇਜ਼ ਤਰੀਕੇ ਨਾਲ। ਜੀ, ਅਸੀਂ ਥੋੜ੍ਹਾ ਜਿਹਾ ਇਹਦਾ ਜੇ ਵਿਸਥਾਰ 'ਚ ਵਿਸ਼ਲੇਸ਼ਣ ਕਰੀਏ ਤਾਂ ਕੋਈ ਵੀ ਸਰਕਾਰ ਅਜਿਹੀ ਨਹੀਂ ਜਿਹਨੇ ਪੰਚਾਇਤੀ ਜ਼ਮੀਨਾਂ ਨੂੰ ਕਿਸੇ ਨਾ ਕਿਸੇ ਅਜਿਹੇ ਕਾਰਜ ਲਈ ਅਕਵਾਇਰ ਕੀਤਾ ਜਾਂ ਹਥਿਆਇਆ ਅਤੇ ਬਾਅਦ ਦੇ ਵਿੱਚ ਉਹ ਕੰਮ ਜਿਹੜਾ ਫਲੋਪ ਹੋਇਆ ਹੈ। ਜੀ, ਪਿਛੋਕੜ ਦੇ ਵਿੱਚ ਦੇਖਿਆ ਜਾਵੇ ਕਿੰਨੇ ਹੀ ਜਿਹੜੇ ਹੈ ਫੋਕਲ ਪੁਆਇੰਟ ਬਣੇ, ਜੀ, ਪਸ਼ੂਆਂ ਦੇ ਬਾੜੇ ਬਣੇ, ਜੀ, ਆਦਰਸ਼ ਸਕੂਲ ਬਣੇ, ਜੀ ਹਾਂ, ਪ੍ਰਾਈਵੇਟ ਕੰਪਨੀਆਂ ਨੂੰ ਸਕੂਲ, ਪ੍ਰਾਈਵੇਟ ਅਦਾਰਿਆਂ ਨੂੰ ਯੂਨੀਵਰਸਿਟੀਆਂ ਖੋਲ੍ਹਣ ਲਈ, ਜਿਹੜੇ ਹੈ ਰੀਨਿਊਏਬਲ ਐਨਰਜੀ ਦੇ ਪਲਾਟ ਲਾਉਣ ਲਈ ਹਾਂਜੀ, ਕਿੰਨੀਆਂ ਜਿਹੜੀਆਂ ਉਹ ਬਹੁਤ ਸਾਰੇ ਕੰਮਾਂ ਵਾਸਤੇ ਜ਼ਮੀਨਾਂ ਅਕਵਾਇਰ ਕੀਤੀਆਂ ਜਾਂਦੀਆਂ। ਔਰ ਰਿਜ਼ਲਟ ਕੀ ਨਿਕਲਿਆ ਕਿ ਪਿੰਡਾਂ ਵਿਚਲੇ ਫੋਕਲ ਪੁਆਇੰਟ ਕਾਮਯਾਬ ਨੇ? ਜਵਾਬ ਹੈ ਨਹੀਂ। ਜੀ, ਅੱਜ ਦਾ ਜਿਹੜਾ ਦੌਰ ਚੱਲ ਰਿਹਾ ਹੈ, ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ, ਉਹ ਇਕੱਲਾ ਪੰਜਾਬ ਜਾਂ ਹਿੰਦੁਸਤਾਨ ਨਹੀਂ, ਸਾਰੀ ਦੁਨੀਆ ਲੰਘ ਰਹੀ ਹੈ। ਜੀ, ਇਸ ਦੌਰ ਦੇ ਵਿੱਚ ਬਹੁਤ ਸਾਰੇ ਕਾਰੋਬਾਰ ਅਤੇ ਬਹੁਤ ਸਾਰੇ ਜਿਹੜੀ ਹੈ ਇੰਡਸਟਰੀ ਜਿਹੜੀ ਹੈ ਉਹਦਾ ਆਪਾਂ ਜਿਹੜੇ ਸੰਕੇਤ ਮਿਲ ਰਹੇ ਨੇ ਉਹ ਬਹੁਤ ਭਿਆਨਕ ਸੰਕੇਤ ਨੇ ਵੀ ਆਰਥਿਕ ਮੰਦਵਾੜੇ ਦੇ ਪਹਿਲਾਂ ਜਿਹੜੀ ਇੰਡਸਟਰੀ ਆ ਉਹੀ ਮੰਦਵਾੜੇ ਦਾ ਸ਼ਿਕਾਰ ਹੈ। ਲੋੜ ਇਹ ਹੈ ਸਰਕਾਰਾਂ ਦੀ, ਜਿਹੜੇ ਵੀ ਵਪਾਰ, ਜਿਹੜਾ ਵੀ ਇੰਡਸਟਰੀ ਇਸ ਵੇਲੇ ਜਿਹੜਾ ਮੰਦਹਾਲੀ ਦਾ ਸਾਹਮਣਾ ਕਰਨ ਪੈ ਰਹੀ ਹੈ, ਜਿਹਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ, ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਕਿਵੇਂ ਖੜਾ ਕੀਤਾ ਜਾਵੇ। ਜੀ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਜਿਹੜੀ ਸਰਕਾਰ ਦੀ ਜਿਹੜੀ ਤਾਜ਼ਾ ਜਿਹੜਾ ਆਪਾਂ ਦੇਖਿਆ ਜਾਵੇ, ਰਾਜਪੁਰਾ ਦੇ ਪਿੰਡ ਸੇਰਾ ਸੇਰੀ ਅਤੇ ਮਾਛੀਵਾੜਾ ਦੇ ਨੇੜੇ ਜਿਹੜੀ ਜ਼ਮੀਨਾਂ ਹਥਿਆਉਣ ਦੀ ਗੱਲ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਇਹਨਾਂ ਨੇ ਕਿਹਾ ਵੀ ਪੂਡਾ ਨੂੰ ਜ਼ਮੀਨਾਂ ਦਿੱਤੀਆਂ ਜਾਣਗੀਆਂ। ਜੀ, ਪੂਡਾ ਪੰਜਾਬ ਗੌਰਮੈਂਟ ਦੀ ਇੱਕ ਉਹ ਏਜੰਸੀ ਹੈ ਜਿਹੜੀ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦੀ ਹੈ। ਮੈਂ ਕਹੂੰਗਾ ਪਲਾਟ ਵੇਚਣੇ ਜੀ, ਅਤੇ ਸ਼ੋਰੂਮ ਵੇਚਣੇ ਇਸ ਅਦਾਰੇ ਦਾ ਕੰਮ ਹੈ। ਜੀ, ਉੱਥੋਂ ਥੋੜ੍ਹੀ ਜਿਹੀ ਮਨਸ਼ਾ ਜਿਹੜੀ ਹੈ ਉਹ ਸ਼ੱਕੀ ਲੱਗਦੀ ਹੈ। ਜੀ, ਲੈਂਡ ਪੂਲ ਜਿਹੜਾ ਹੈ ਇਹਨਾਂ ਦਾ ਬਣਾਉਣ ਦਾ, ਜਿਹੜਾ ਲੈਂਡ ਬੈਂਕ ਬਣਾਉਣ ਦਾ, ਵੀ ਜ਼ਮੀਨਾਂ ਇਕੱਠੀਆਂ ਕਰਕੇ ਰੱਖੀਏ, ਬਹੁਤ ਦੇਰ ਦਾ ਜਿਹੜਾ ਹੈ ਏਜੰਡਾ ਗੌਰਮੈਂਟਾਂ ਦਾ ਚੱਲਦਾ ਰਹਿੰਦਾ ਹੈਗਾ। ਉਸੇ ਏਜੰਡੇ ਤਹਿਤ ਜਿਹੜਾ ਇਹਨੂੰ ਜਾਮਾ ਬਣਾਉਣ ਲਈ ਪਿਛਲੇ, ਤੁਹਾਡੇ ਯਾਦ ਹੋਵੇ, 1 ਸਾਲ ਪਹਿਲਾਂ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਦਾ ਜਿਹੜਾ ਲੈਂਡ ਕਾਨੂੰਨ ਹੈ ਉਹ 'ਚ ਅਮੈਂਡਮੈਂਟ ਕਰਤੀ ਸੀ ਵੀ ਜਿਹੜੀ ਪੰਜਾਬ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਉਹ ਕਿਸੇ ਵੀ ਪਿੰਡ ਦੀ ਜ਼ਮੀਨ ਜਿਹੜੀ ਹੈ ਉਹ ਹਥਿਆ ਸਕੂਗੀ, ਕਿਉਂਕਿ ਪੰਚਾਇਤੀ ਜ਼ਮੀਨ ਲੈਣੀ ਇਹਨਾਂ ਨੂੰ ਬਹੁਤ ਸੌਖੀ ਹੈ। ਪੋਜੀਸ਼ਨ ਐਕਟ ਦੇ ਮੁਤਾਬਕ ਮੁਆਵਜ਼ਾ ਦੇਣਾ, ਨਾ ਹੀ ਉਜਾੜਾ ਭੱਤਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਕਰਾਉਂਦਾ ਪਿੰਡ ਵਾਲਿਆਂ ਨੂੰ ਜਿਹੜਾ ਬੰਦੋਬਸਤ ਦੇਣਾ। ਇਸ ਲਈ ਇਹਨਾਂ ਨੂੰ ਲੱਗਦਾ ਵੀ ਇਹਨੂੰ ਜ਼ਮੀਨ ਨੂੰ ਲਓ, ਇਹ ਲੈਣਾ ਸੌਖਾ ਅਤੇ ਜਿਹੜੀ ਮਰਜ਼ੀ ਕੰਪਨੀ ਨੂੰ, ਵੱਡੇ ਬੰਦੇ ਨੂੰ, ਅਮੀਰ ਬੰਦੇ ਨੂੰ ਅਬਲਾਈਜ਼ ਕਰੋ, ਮੁੜ ਕੇ ਉਹ ਤੋਂ ਜਿਹੜੇ ਟੇਢੇ ਮੇਢੇ ਜਿਹੜੇ ਕੰਮ ਲੈਣੇ ਆ ਉਹ ਲਓ। ਇਹ ਸਿਲਸਿਲਾ ਜਿਹੜਾ ਅੱਜ ਦਾ ਨਹੀਂ, ਬਹੁਤ ਦੇਰ ਦਾ ਚੱਲਦਾ ਹੈ। ਇਹਦੇ ਨਾਲ ਮੈਂ ਇੱਕ ਗੱਲ ਹੋਰ ਐਡ ਕਰੂੰਗਾ। ਪੰਜਾਬ ਦੇ ਵਿੱਚ ਇਸ ਵੇਲੇ ਜੇ ਸਾਰੀਆਂ ਪੰਚਾਇਤਾਂ ਕੋਲ 12-13 ਹਜ਼ਾਰ ਪਿੰਡ ਹੈ, ਸਾਰੀਆਂ ਪੰਚਾਇਤਾਂ ਕੋਲ ਤਾਂ ਜ਼ਮੀਨ ਹੁੰਦੀ ਵੀ ਨਹੀਂ। 1,24,000 ਏਕੜ ਜਿਹੜੀ ਜ਼ਮੀਨ ਐਸੀ ਹੈ ਜਿਹੜੀ ਹਰ ਸਾਲ ਬੋਲੀ 'ਤੇ ਦਿੱਤੀ ਜਾਂਦੀ ਹੈ ਵਾਹੀ ਲਈ। ਜੀ, ਹੁਣ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਨਾਂ ਜ਼ਮੀਨਾਂ ਨੂੰ ਠੇਕੇ 'ਤੇ ਲੈ ਕੇ ਕਿੰਨੇ ਲੋਕਾਂ ਦੀ ਉਪਜੀਵਕਤਾ ਦਾ ਜਿਹੜਾ ਹੈ ਹਾਂਜੀ, ਇਹ ਆਧਾਰ ਹੈ, ਗੁਜ਼ਾਰਾ ਚੱਲਦਾ ਲੋਕਾਂ ਦਾ, ਖੇਤੀ ਕਰਦੇ ਨੇ। ਗੁਜ਼ਾਰਾ ਚੱਲਦਾ ਹੈ। ਜੀ, ਲੈਂਡਲੈਸ ਜਿਹੜੇ ਪਿੰਡਾਂ ਦੇ, ਉਹਨਾਂ 'ਚ ਸ਼ਡਿਊਲ ਕਾਸਟ ਵੀ ਨੇ, ਜ਼ਿਮੀਂਦਾਰ ਵੀ ਨੇ। ਇਹ ਜ਼ਮੀਨਾਂ ਲੈ ਕੇ ਵਾਹੀ ਕਰਦੇ ਨੇ ਅਤੇ ਆਪਦਾ ਜਿਹੜਾ ਉਹ ਗੁਜ਼ਾਰਾ ਕਰਦੇ ਨੇ, ਲੁੱਟ ਦਾ ਜੋ ਵੀ। ਪਹਿਲੀ ਗੱਲ ਤਾਂ ਸਭ ਤੋਂ ਵੱਡੀ ਸੱਟ ਉਹਨਾਂ ਨੂੰ ਵੱਜੂਗੀ ਜੀ, ਜਿਹੜੇ ਪਿੰਡ ਦੀ ਵੀ ਜ਼ਮੀਨ ਲਈ ਜਾਊਗੀ ਉਹਨੂੰ। ਨੰਬਰ 2 ਤੇ ਕਿਸੇ ਵੀ ਪਿੰਡ ਦਾ ਵਿਕਾਸ ਹੋਣਾ, ਕੋਈ ਸਕੂਲ ਅਪਗ੍ਰੇਡ ਹੋਣਾ, ਕੋਈ ਵਾਟਰ ਸਪਲਾਈ ਦਾ ਕੰਮ ਹੋਣਾ, ਕੋਈ ਸ਼ਮਸ਼ਾਨ ਘਾਟ ਬਣਨੀ ਹੋਵੇ, ਕਿਸੇ ਕਿਸਮ ਦੀ ਹੋਰ ਡਿਵੈਲਪਮੈਂਟ ਹੋਵੇ, ਕਾਹਦੇ 'ਤੇ ਹੋਊਗੀ ਜੀ? ਪੰਚਾਇਤੀ ਜ਼ਮੀਨ 'ਤੇ ਹੋਊਗੀ। ਜ਼ਮੀਨ ਚਾਹੀਦੀ ਹੈ। ਜੇ ਜ਼ਮੀਨ ਹੀ ਗੌਰਮੈਂਟ ਨੇ ਲੈ ਲਈ, ਕਿਸੇ ਹੋਰ ਕੰਪਨੀ ਨੂੰ ਦਿੱਤੀ,
ਤਾਂ ਇਹ ਕੰਮ ਕਿੱਥੇ ਹੋਣਗੇ? ਇਹਦਾ ਵੀ ਚੌਪਟ ਕਰਤਾ ਕੰਮ। ਜੀ ਮੈਂ ਤੁਹਾਨੂੰ ਦੱਸੀ 1,24,000 ਉਹਦੇ ਤੋਂ ਇਲਾਵਾ 20,000 ਏਕੜ ਪੰਜਾਬ ਦੇ ਵਿੱਚ ਜ਼ਮੀਨ ਐਸੀ ਹੈ ਜਿਹਦੇ ਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ। ਗਵਰਨਮੈਂਟ ਦੀ ਹਿੰਮਤ ਨਹੀਂ ਪੈਂਦੀ ਵੀ ਉਹ ਕਬਜ਼ਾ ਛਡਾ ਲਈਏ। ਕਿਉਂ ਜੀ। ਵੀ? ਇਹਦਾ ਮਤਲਬ ਨੀਅਤ 'ਚ ਖੋਟ ਹੈ। ਖੋਟਾ ਨਾਲ ਲੱਗਦੀ ਗੱਲ, ਚੰਡੀਗੜ੍ਹ ਦੀ ਪੈਰੀਫੇਰੀ ਦੇ ਵਿੱਚ ਕਿੰਨੇ ਹੀ ਕਮਿਸ਼ਨ ਮਿਲੇ, ਕਿੰਨੇ ਇਨਕੁਆਰੀਆਂ ਦੀ ਜਿਹੜੀਆਂ ਕਮੇਟੀਆਂ ਬਣੀਆਂ। 20,000 ਏਕੜ ਜ਼ਮੀਨ ਜਿਹੜੀ ਹੈ ਚੰਡੀਗੜ੍ਹ ਦੇ ਆਸ-ਪਾਸ ਮੋਹਾਲੀ ਡਿਸਟ੍ਰਿਕਟ ਦੀ, ਮੋਹਾਲੀ ਜ਼ਿਲ੍ਹੇ ਦੀ, ਵੱਡੇ ਰਸੂਖਵਾਨ ਬੰਦੇ ਜਿਨ੍ਹਾਂ 'ਚ IAS ਅਫਸਰ, ਹਾਂਜੀ IPS ਅਫਸਰ, DGP ਚੀਫ ਸੈਕਟਰੀ ਤੱਕ ਦੇ ਅਹੁਦਿਆਂ ਤੇ ਰਹੇ ਬੰਦੇ, ਮੰਤਰੀ, ਮੁੱਖ ਮੰਤਰੀ ਦੇ ਅਹੁਦਿਆਂ ਤੇ ਰਹੇ ਬੰਦੇ ਨੇ ਜ਼ਮੀਨਾਂ ਜਿਹੜੀਆਂ ਉਹ ਕਬਜ਼ੇ ਕੀਤੇ ਹੋਏ ਨੇ। ਜੀ ਉਹ ਜਿਹੜੀ ਆ ਮੁਸ਼ਤਰਕਾ ਮਾਲਕਨ ਦੀ ਜ਼ਮੀਨ ਹੈ। ਹਾਲਾਂਕਿ ਪੰਜਾਬ ਵਿਧਾਨ ਸਭਾ ਨੇ ਉਹ ਐਕਟ ਅਮੈਂਡ ਕੀਤਾ ਸੀ, ਉਸ ਤੋਂ ਬਾਅਦ ਉਹ ਜ਼ਮੀਨ ਵੀ ਜਿਹੜੀ ਉਹ ਲਈ ਨਹੀਂ ਜਾ ਸਕਦੀ। ਜੀ ਇਹਨਾਂ ਨੇ ਰਸੂਖਵਾਨ ਬੰਦਿਆਂ ਨੇ ਉਹ ਜ਼ਮੀਨਾਂ ਵੀ ਹਾਸਲ ਕੀਤੀਆਂ। ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ। ਉਸ ਕਮੇਟੀ ਨੇ ਸਰਕਾਰ ਨੂੰ 2 ਰਿਪੋਰਟਾਂ ਦਿੱਤੀਆਂ। ਉਹਨਾਂ ਰਿਪੋਰਟਾਂ ਦੇ ਵਿੱਚ ਸਪਸ਼ਟ ਕਿਹਾ ਗਿਆ ਵੀ ਇਹਨਾਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਨੇ, ਗਲਤ ਢੰਗ ਨਾਲ ਇਹ ਜ਼ਮੀਨਾਂ ਹਥਿਆਈਆਂ ਗਈਆਂ, ਇਹ ਜ਼ਮੀਨਾਂ ਵਾਪਸ ਹੋਣੀਆਂ ਚਾਹੀਦੀਆਂ। ਗਵਰਨਮੈਂਟ ਨੇ ਕੀ ਕੀਤਾ? ਸਿਰਫ ਇੱਕ ਕਮੇਟੀ ਬਣਾਈ ਜਿਨ੍ਹਾਂ 'ਚ ਡਾਇਰੈਕਟਰ ਪੰਚਾਇਤ ਤੇ ਡਿਸਟ੍ਰਿਕਟ ਮੋਹਾਲੀ ਦੇ ਕੁਝ ਆਫੀਸਰ ਸ਼ਾਮਲ ਕਰਕੇ ਕਮੇਟੀ ਬਣਾਤੀ। ਕਮੇਟੀ ਦਾ ਮਤਲਬ ਇਹ ਮੰਨਿਆ ਜਾਂਦਾ ਵੀ ਕੰਮ ਤੇ ਪਾਓ ਮਿੱਟੀ। ਜੀ ਉਹ ਮਿੱਟੀ ਪੈ ਗਈ। ਜਸਟਿਸ ਕੁਲਦੀਪ ਸਿੰਘ ਦੀਆਂ ਰਿਪੋਰਟਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜੀ ਜਦੋਂ ਕੋਈ ਹਾਈ ਕੋਰਟ ਕੋਈ ਕਮਿਸ਼ਨ ਬਣਾਉਂਦਾ ਜਾਂ ਸਰਕਾਰ ਕੋਈ ਕਮੇਟੀ ਬਣਾਉਂਦੀ ਹੈ, ਜੇ ਉਹਨਾਂ ਤੇ ਕੁਝ ਕਰਨਾ ਹੀ ਨਹੀਂ ਜੀ ਤਾਂ ਫਿਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿਉਂ ਪਾਇਆ ਜਾਂਦਾ ਹੈ? ਤੇ ਇਹ ਤੋਂ ਕਲੀਅਰ ਕੱਟ ਲੱਗਦਾ ਵੀ ਜਿਹੜੀ ਤਾਜ਼ਾ ਵੀ ਜਿਹੜਾ ਆਪਾਂ ਇਹ ਕਹਿ ਲਈਏ ਵੀ ਜਿਹੜਾ ਕੈਬਨਿਟ ਦਾ 2-3 ਦਿਨ ਪਹਿਲਾਂ ਡਿਸੀਜਨ ਆਇਆ ਹੈ, ਮੈਨੂੰ ਨਹੀਂ ਲੱਗਦਾ ਵੀ ਇਹ ਪੰਜਾਬ ਦੀ ਡਿਵੈਲਪਮੈਂਟ ਜਾਂ ਕਿਸੇ ਅੱਛੀ ਓਰੀਐਂਟੇਸ਼ਨ ਨੂੰ ਸੰਬੋਧਿਤ ਹੋਊਗਾ ਜਾਂ ਚੰਗਾ ਹੋਊਗਾ। ਇਹਦਾ ਵੀ ਰਿਜ਼ਲਟ ਉਹੋ ਜਿਹਾ ਹੀ ਨਿਕਲੂਗਾ ਜਿਹੋ ਜਿਹਾ ਰਿਜ਼ਲਟ ਪਿਛੋਕੜ ਦੇ ਵਿੱਚ ਅਸੀਂ ਦੇਖਿਆ ਗਾ। ਤਾਂ ਇਹਨਾਂ ਸਥਿਤੀ ਨੂੰ ਦੇਖਦੇ ਹੋਏ ਇਹ ਲੱਗਦਾ ਹੈ ਕਿ ਸਰਕਾਰ ਦੀ ਨੀਤ ਸਾਫ਼ ਨਹੀਂ ਗੀ। ਜੇ ਸਰਕਾਰ ਚਾਹੁੰਦੀ ਤਾਂ ਫੋਕਲ ਪੁਆਇੰਟ ਵੀ ਚੱਲਦੇ ਹੁੰਦੇ, ਹੋਰ ਕੰਮ ਵੀ ਸਹੀ ਰਾਹ ਪਏ ਹੁੰਦੇ। ਹੁਣ ਮੈਨੂੰ ਇਹ ਵੀ ਦੱਸੋ ਕਿ ਸਰਕਾਰ ਨਵਾਂ ਸਨਅਤੀ ਪਾਰਕ ਬਣਾਉਣਾ ਚਾਹੁੰਦੀ ਹੈ, ਪਰ ਜਿਹੜੀ ਸਨਅਤ ਆ ਉਹ ਇਸ ਵੇਲੇ ਕਿਸ ਸਥਿਤੀ 'ਚੋਂ ਲੰਘ ਰਹੀ ਹੈ? ਦੇਖੋ ਜੀ, ਇਹ 'ਚ ਕੋਈ ਸ਼ੱਕ ਨਹੀਂ, ਜਦੋਂ ਤੋਂ ਭਾਰਤ ਸਰਕਾਰ ਨੇ ਗੁਆਂਢੀ ਰਾਜਾਂ ਨੂੰ ਦੀਆਂ ਸੰਗਤਾਂ ਖਾਸ ਕਰਕੇ ਹਿਮਾਚਲ, ਉੱਤਰਾਖੰਡ 'ਚ ਪਹਾੜੀ ਰਾਜਾਂ ਨੂੰ ਸਹੂਲਤਾਂ ਦਿੱਤੀਆਂ ਨੇ, ਉਦੋਂ ਤੋਂ ਪੰਜਾਬ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਜਿਹੜੀ ਹੈ ਉਹ ਪਲਾਨ ਕਰ ਗਈ, ਇੱਥੋਂ ਚਲੀ ਗਈ। ਇੱਥੋਂ ਤੱਕ ਕਿ ਜਿਹੜੇ ਪੁਰਾਣੇ ਅਕਾਲੀ ਭਾਜਪਾ ਸਰਕਾਰ ਤੇ ਮੌਜੂਦਾ ਕੈਪਟਨ ਸਰਕਾਰ ਦੇ ਜਿਹੜੇ ਸਲਾਹਕਾਰ ਨੇ, ਉਦਯੋਗਿਕ ਸਲਾਹਕਾਰ ਇਸ ਵੇਲੇ ਚੰਗੀਆਂ ਪਦਵੀਆਂ ਮਿਨਿਸਟਰੀ ਦੇ ਅਹੁਦੇ ਦਿੱਤੇ ਹੋਏ ਨੇ, ਉਹਨਾਂ ਨੇ ਵੀ ਜਿਹੜੀ ਆਪਦੀ ਇਨਵੈਸਟਮੈਂਟ ਹੈ ਉਹ ਮੱਧ ਪ੍ਰਦੇਸ਼ ਵਰਗੇ ਸੂਬਿਆਂ 'ਚ ਕੀਤੀ ਹੈ। ਜੀ ਦੂਜੀ ਗੱਲ, ਜਿਹੜੀ ਗੱਲ ਤੁਸੀਂ ਕਹਿੰਦੇ ਸੀ ਮਨਸ਼ਾ ਦੀ ਗੱਲ, ਜੇ ਸਰਕਾਰ ਨੇ ਜ਼ਮੀਨ ਲੈਣੀ ਹੋਈ ਹੈ, ਜਦੋਂ ਲੈਂਡ ਐਕੁਜੀਸ਼ਨ ਐਕਟ ਹੈ ਜੀ ਉਹਦੇ ਮੁਤਾਬਕ ਜ਼ਮੀਨ ਕਿਉਂ ਨਹੀਂ ਲਈ ਜਾ ਸਕਦੀ? ਇਹ ਸਭ ਤੋਂ ਵੱਡਾ ਸਵਾਲ ਹੈ। ਫਿਰ ਮਾਨਸਾ ਜ਼ਿਲ੍ਹੇ ਦੇ ਵਿੱਚ ਗੋਬਿੰਦਪੁਰਾ ਥਰਮਲ ਪਲਾਂਟ ਲੱਗਣਾ ਸੀ, ਜੀ ਉੱਥੇ ਥਰਮਲ ਪਲਾਂਟ ਨਹੀਂ ਲੱਗਿਆ। ਉਸ ਕਾਨੂੰਨ ਦੇ ਵਿੱਚ ਇਹ ਵੀ ਹੈ ਵੀ ਜਿਸ ਮਕਸਦ ਲਈ, ਜਿਸ ਪਰਪਸ ਲਈ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ, ਜੇ ਉਹ ਮਕਸਦ ਪੂਰਾ ਨਹੀਂ ਹੁੰਦਾ, ਉਹ ਉੱਥੇ ਇੰਡਸਟਰੀ ਉਸ ਤਰ੍ਹਾਂ ਦੀ ਨਹੀਂ ਲੱਗਦੀ, ਤਾਂ ਉਹ ਜ਼ਮੀਨ ਕਿਸਾਨਾਂ ਨੂੰ ਵਾਪਸ ਹੋਊਗੀ। ਜੀ ਕੀ ਸਭ ਤੋਂ ਵੱਡਾ ਸਵਾਲ ਹੈ, ਗੋਬਿੰਦਪੁਰੇ ਦੇ ਵਿੱਚ ਐਕਵਾਇਰ ਕੀਤੀ ਜ਼ਮੀਨ ਕਿਸਾਨਾਂ ਨੂੰ ਵਾਪਸ ਹੋਊਗੀ। ਸਿਮਿਲਰਲੀ ਬਰਨਾਲਾ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਸੀ ਗੰਨਾ ਮਿਲ ਲਈ, ਕੀ ਉੱਥੇ ਗੰਨਾ ਮਿਲ ਲੱਗੀ? ਕਿੰਨੇ ਕਿਸਾਨ ਮਰੇ ਉੱਥੇ ਐਜੀਟੇਸ਼ਨ 'ਚ? ਜੀ ਕੁਛ ਨਹੀਂ ਹੋਇਆ। ਜੀ ਇਹ ਬਹੁਤ ਡੂੰਘੇ ਸਵਾਲ ਨੇ ਜਿੱਥੇ ਇਹ ਪਤਾ ਲੱਗਦਾ ਹੈ ਵੀ ਸਿਆਸਤਦਾਨ ਤੇ ਸਰਕਾਰਾਂ ਪੂੰਜੀਪਤੀਆਂ ਨਾਲ, ਵੱਡੇ ਪੈਸੇ ਵਾਲਿਆਂ ਬੰਦਿਆਂ ਨਾਲ ਕਿਵੇਂ ਘਿਓ ਖਿਚੜੀ ਤੇ ਉਹਨਾਂ ਨੂੰ ਬੈਨੀਫਿਟ ਦੇਣ ਲਈ ਲੋਕਾਂ ਦੀਆਂ ਸਹੂਲਤਾਂ ਦਾ ਨਹੀਂ ਗਲਾ ਘੁੱਟਦੇ, ਸਗੋਂ ਜਿਹੜੀਆਂ ਜ਼ਮੀਨਾਂ ਨੇ ਉਹ ਕੌਡੀਆਂ ਦੇ ਭਾਅ ਨਾਲ ਦਿੰਦੇ। ਹਾਂਜੀ, ਇੱਥੇ ਇੱਕ ਹੋਰ ਸਵਾਲ ਵੀ ਉੱਠਦਾ ਦਵਿੰਦਰਪਾਲ ਜੀ, ਸਰਕਾਰ ਹੁਣ ਸਨਅਤੀ ਪਾਰਕ ਬਣਾਉਣਾ ਚਾਹੁੰਦੀ ਹੈ। ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਇੰਡਸਟਰੀ ਇੱਥੋਂ ਮੂਵ ਕਰ ਗਈ, ਹਿਮਾਚਲ ਚਲੀ ਗਈ, ਤਾਂ ਸਰਕਾਰ ਕੀ ਇਹੋ ਜਿਹਾ ਇਹਨਾਂ ਕੋਲੇ ਕੀ ਜਾਦੂ ਦੀ ਛੜੀ ਆ ਵੀ ਹੁਣ ਇਹ ਸੋਚ ਰਹੇ ਨੇ ਵੀ ਸਨਅਤਕਾਰ ਸਾਡੇ ਕੋਲ ਮੁੜੇ ਆਉਣਗੇ ਜਾਂ ਇਹ ਕੀ ਸਹੂਲਤਾਂ ਦੇਣਗੇ? ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? ਦੇਖੋ, ਮੁਲਕ ਦੇ ਵਿੱਚ ਕਿਸੇ ਵੇਲੇ ਮਾਹੌਲ ਸੀ, ਕੋਈ ਵੀ ਇੰਡਸਟਰੀਲਿਸਟ ਆਪ ਜ਼ਮੀਨ ਖਰੀਦਦਾ ਸੀ ਤੇ ਉਸ ਜ਼ਮੀਨ ਤੇ ਆਪਦੀ ਇੰਡਸਟਰੀ ਲਾਉਂਦਾ ਸੀ। ਪਰ ਮੁਲਕ ਦੇ ਵਿੱਚ ਇਹ ਮਾਹੌਲ ਜਿਹੜਾ ਇਹ ਬਹੁਤ ਅਜੀਬ ਕਿਸਮ ਦਾ ਪੈਦਾ ਕਰ ਦਿੱਤਾ ਗਿਆ ਜਦੋਂ ਰਾਜ ਸਰਕਾਰਾਂ ਇੰਡਸਟਰੀਲਿਸਟਾਂ ਨੂੰ ਸੱਦਾ ਦੇਣ ਲੱਗੇ ਵੀ ਆ ਜਾਓ ਮੈਂ ਦਿੰਦਾ ਬੈਨੀਫਿਟ, ਆ ਜਾਓ ਮੈਂ ਦਿੰਦਾ ਬੈਨੀਫਿਟ, ਜਿਹੜਾ ਕਿ ਮਾੜਾ ਹੈ।
ਜੀ ਸਾਰੇ ਮੁਲਕ ਦੇ ਵਿੱਚ ਇੱਕੋ ਜਿਹੀ ਪਾਲਿਸੀ ਹੀ ਕਿਉਂ ਨਹੀਂ ਹੁੰਦੀ? ਕਿਉਂ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ, ਉਹ ਕਹਿੰਦੇ ਨੇ ਵੀ ਨੰਦੀਗ੍ਰਾਮ ਪੱਛਮੀ ਬੰਗਾਲ ਦੇ ਵਿੱਚ ਟਾਟਾ ਨੂੰ ਕਹਿੰਦੇ ਨੇ ਵੀ ਇੱਥੇ ਇੰਡਸਟਰੀ ਲਾਉਣ ਦੀ ਬਜਾਏ ਨੈਨੋ ਕਾਰ ਬਣਾਉਣ ਦੀ ਇੰਡਸਟਰੀ ਤੁਸੀਂ ਆ ਕੇ ਮੇਰੇ ਗੁਜਰਾਤ 'ਚ ਲਾਓ। ਕਿਉਂ? ਬੰਗਾਲ ਹਿੰਦੁਸਤਾਨ ਦਾ ਪਾਰਟ ਨਹੀਂ, ਪੰਜਾਬ ਹਿੰਦੁਸਤਾਨ ਦਾ ਪਾਰਟ ਨਹੀਂ। ਜੀ ਇਸ ਲਈ ਜਿਹੜੀਆਂ ਇੰਡਸਟਰੀ ਦੀ ਘੱਟੋ ਘੱਟ ਨੀਤੀ ਹੈ, ਜਦੋਂ ਤੁਸੀਂ ਇੱਕ ਸਟੇਟ ਨੂੰ ਬੈਨੀਫਿਟ ਦਿੰਦੇ ਹੋ ਵੀ ਹਿਮਾਚਲ 'ਚ, ਉੱਤਰਾਖੰਡ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਲੱਗਣ ਵਾਲੀ ਇੰਡਸਟਰੀ ਨੂੰ ਬੈਨੀਫਿਟ ਮਿਲੂ, ਤਾਂ ਡੈਫੀਨਿਟਲੀ ਪੰਜਾਬ ਪ੍ਰਭਾਵਿਤ ਹੋਊਗਾ। ਜੀ ਮੈਂ ਇਹ ਕਹੂੰਗਾ ਵੀ ਜਿਹੜੀ ਸਾਡੀ ਨੀਤੀ ਹੈ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ, ਉਹ ਮਾੜੀ ਹੈ। ਸਾਡੀ ਸਟੇਟ ਕਿਉਂ ਨਹੀਂ ਜਾ ਕੇ ਇਹ ਕਹਿੰਦੀ ਵੀ ਇੱਕੋ ਨੀਤੀ ਹੋਣੀ ਚਾਹੀਦੀ ਹੈ ਜਿਹਦੇ ਤਹਿਤ ਇੰਡਸਟਰੀਲਿਸਟ ਖੁਦ ਕਿਉਂ ਨਹੀਂ ਕਹਿੰਦੇ ਵੀ ਅਸੀਂ ਜ਼ਮੀਨ ਸਾਨੂੰ ਜਿਹੜੇ ਭਾਅ ਮਿਲੇ ਮਰਜ਼ੀ ਮਿਲੇ, ਅਸੀਂ ਜ਼ਮੀਨ ਲੈ ਕੇ ਆਪਦੀ ਇੰਡਸਟਰੀ ਲਾਵਾਂਗੇ, ਬੈਨੀਫਿਟ ਕੋਈ ਹੋਰ ਵੀ ਦਿੱਤਾ ਜਾ ਸਕਦਾ ਹੈਗਾ। ਇਹ ਤਾਂ ਨਹੀਂ ਵੀ ਜ਼ਮੀਨ ਹੀ ਕਿਸਾਨ, ਕਿਉਂਕਿ ਜ਼ਮੀਨ ਜਿਹੜੀ ਹੈ ਇੱਕ ਐਸੀ ਚੀਜ਼ ਹੈ ਜਿਹੜੀ ਵੱਧ ਨਹੀਂ ਸਕਦੀ। ਜੀ ਪੰਜਾਬ ਦਾ ਏਰੀਆ ਜਿੰਨਾ ਹੈਗਾ ਉਨਾ ਹੀ ਰਹਿਣਾ ਹੈ, ਉਹਨਾਂ ਹੀ ਰਹਿਣਾ। ਜ਼ਮੀਨ ਨਹੀਂ ਵੱਧ ਸਕਦੀ। ਜੀ ਜ਼ਮੀਨ ਤਾਂ ਇੰਨੀ ਰਹਿਣੀ ਹੈ। ਤੁਸੀਂ ਬਿਜਲੀ ਦੀ ਪ੍ਰੋਡਕਸ਼ਨ ਵਧਾ ਲਓਗੇ, ਤੁਸੀਂ ਟੈਕਸ ਲਾ ਕੇ ਆਮਦਨ ਵਧਾ ਲਓਗੇ, ਬਹੁਤ ਕੁਝ ਵਧਾਇਆ ਜਾ ਸਕਦਾ, ਪਰ ਜ਼ਮੀਨ ਨਹੀਂ ਵਧੇਗੀ। ਜੀ ਇੱਕ ਸਾਨੂੰ ਇਹ ਵੀ ਦੱਸੋ ਵੀ ਜੇ ਸਰਕਾਰ ਇਸ 'ਚ ਕਾਮਯਾਬ ਹੁੰਦੀ ਹੈ ਤਾਂ ਜਿਹੜੇ ਬੇਜ਼ਮੀਨੇ ਆ ਜਾਂ ਜਿਹੜੀਆਂ ਪੰਚਾਇਤਾਂ ਉਹਨਾਂ ਨੂੰ ਕਿੰਨਾ ਕੁ ਘਾਟਾ ਪਏਗਾ? ਜਿਹੜੀ ਗੱਲ ਸਭ ਤੋਂ ਮੈਂ ਤੁਹਾਨੂੰ ਵੱਡੀ ਗੱਲ ਦੱਸੀ ਵੀ ਇੱਕ ਤਾਂ ਜਿਹੜੇ ਬੰਦੇ ਜ਼ਮੀਨ ਵਾਹੀ ਤੇ ਲੈ ਕੇ ਆਪਦੀ ਉਪਜੀਵਕਤਾ ਚਲਾਉਂਦੇ ਨੇ ਉਹਨਾਂ ਨੂੰ ਸੈਟਬੈਕ ਲੱਗੂਗਾ। ਫਿਰ ਜਿਹੜੇ ਪੰਚਾਇਤਾਂ ਦੇ ਮਾੜੇ ਮੋਟੇ ਕੰਮ ਹੁੰਦੇ ਨੇ ਇਸ ਜ਼ਮੀਨ ਦੇ ਠੇਕੇ ਨਾਲ, ਉਹ ਪੰਚਾਇਤਾਂ ਦੇ ਕੰਮਕਾਜ ਠੱਪ ਹੋਣਗੇ। ਜੀ ਇਹ ਸਭ ਤੋਂ ਵੱਡਾ ਸਵਾਲ ਹੈ ਵੀ ਕਿਉਂਕਿ ਜਿੰਨਾ ਵੀ ਦੇਖਿਆ ਗਿਆ, ਚਾਹੇ ਉਹ ਏਅਰਪੋਰਟ ਬਣਿਆ ਹੋਵੇ, ਇਹ ਤੋਂ ਪਹਿਲਾਂ ਜਿੱਥੇ ਵੀ ਜ਼ਮੀਨ ਜਿਹੜੀ ਹੈ ਐਕਵਾਇਰ ਹੋਈ ਹੈ, ਜਦੋਂ ਪੰਚਾਇਤਾਂ ਨੂੰ ਪੈਸਾ ਮਿਲਦਾ ਹੈ, ਹਾਂਜੀ ਉਹ ਪੰਚਾਇਤਾਂ ਦਾ ਪੈਸਾ ਖਰਾਬ ਹੋਇਆ। ਪੰਚਾਇਤਾਂ ਦਾ ਪੈਸਾ ਸਿਆਸਤਦਾਨਾਂ ਨੇ ਤੇ ਲੋਕਲ ਜਿਹੜੇ ਪੰਚ, ਸਰਪੰਚ, ਜ਼ਿਲ੍ਹਾ ਪਰਿਸ਼ਦ ਵਾਲੇ, ਉਹਨਾਂ ਨੇ ਰਲ ਕੇ ਖੁਰਦ-ਬੁਰਦੀ ਕੀਤਾ। ਇਹੋ ਜਿਹੇ ਬਹੁਤ ਸਾਰੇ ਕੇਸ ਵਿਜੀਲੈਂਸ ਕੋਲ ਗਏ ਨੇ, ਬਹੁਤ ਸਾਰੇ ਪਰਚੇ ਦੇ, ਉਹ ਪੈਸਾ ਖਰਾਬ ਹੁੰਦਾ ਹੈ ਹਮੇਸ਼ਾ। ਜੀ ਤਾਂ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਇਸ ਮਾਮਲੇ 'ਚ ਸਰਕਾਰ ਦੀ ਨੀਤ ਸਾਫ਼ ਨਹੀਂ ਲੱਗਦੀ। ਜੇ ਸਰਕਾਰ ਚਾਹੁੰਦੀ ਤਾਂ ਪਹਿਲਾਂ ਲੱਗੀ ਇੰਡਸਟਰੀ ਨੂੰ ਵੀ ਬਚਾ ਸਕਦੀ ਸੀ, ਪਰ ਸਰਕਾਰ, ਜਿਵੇਂ ਕਿ ਸਾਡੇ ਸਾਥੀ ਦਵਿੰਦਰਪਾਲ ਜੀ ਨੇ ਦੱਸਿਆ, ਸਰਕਾਰ ਦੀ ਨੀਤ ਕੁਝ ਹੋਰ ਤਰ੍ਹਾਂ ਦੀ ਲੱਗਦੀ ਹੈ। ਇਹ ਆਉਣ ਵਾਲੇ ਸਮੇਂ 'ਚ ਸਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਕਿ ਇਹ ਸਨਅਤੀ ਪਾਰਕ ਕਿੰਨੇ ਕੁ ਕਾਮਯਾਬ ਹੁੰਦੇ ਨੇ ਜਾਂ ਕਿੰਨੇ ਕੁ ਸਿਰੇ ਚੜ੍ਹਦੇ ਨੇ, ਇੱਥੇ ਕਿੰਨੀ ਕੁ ਸਨਅਤ ਆਉਂਦੀ ਹੈ। ਇਸ ਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਤੋਂ ਆਗਿਆ ਚਾਹੁੰਦਾ ਹਾਂ, ਭਲਕੇ ਅਸੀਂ ਫੇਰ ਹਾਜ਼ਰ ਹੋਵਾਂਗੇ ਇਸ ਪ੍ਰੋਗਰਾਮ ਵਿੱਚ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਦਵਿੰਦਰਪਾਲ ਜੀ ਤੁਹਾਡਾ ਵੀ।